फाइल रखी है, पूछा है हाँ जी क्या मसला है भाई, मेरा पेशेंट जो है ना मैंने वो दिया हुआ है बेहोश। ਸਿਆਣੇ ਕਹਿ ਗਏ ਕਿ ਜ਼ੁਲਮ ਜਿੰਨੀ ਦੇਰ ਵੀ ਕਰ ਲੋ ਇੱਕ ਨਾ ਇੱਕ ਦਿਨ ਜ਼ੁਲਮ ਜਿਹੜਾ ਉਹ ਸਾਹਮਣੇ ਆ ਜਾਂਦਾ ਤੇ ਬੰਦਾ ਫਸ ਜਾਂਦਾ। ਇਹ ਜਿਹੜਾ ਬੰਦਾ ਮੈਂ ਤੁਹਾਨੂੰ ਵਿਖਾ ਰਿਹਾ ਇਹਨੂੰ ਕੌਣ ਨਹੀਂ ਜਾਣਦਾ। ਸਮੋਸੇ ਜਲੇਬੀ ਤੇ ਤਕਰੀਰ ਕਰਕੇ ਵਾਇਰਲ ਹੋਇਆ। ਜਦੋਂ ਵਾਇਰਲ ਹੋਇਆ ਤੇ ਇੱਕ ਡਾਕਟਰ ਮਸੀਹਾ ਜਿਹਨੂੰ ਕਿਹਾ ਜਾਂਦਾ, ਲੇਕਿਨ ਰਾਤ ਜਿਹੜੇ ਇਹਦੇ ਪੋਲ ਖੁੱਲੇ ਆ ਨਾ ਉਹਨੇ ਹਕੀਕਤ ਹੀ ਬਦਲ ਦਿੱਤੀ ਹੈ। इस डॉक्टर नूं लोग सुन के पाकिस्तान की दूसरे मुल्कां चों भी आउंदे सी, वड्डे वड्डे गिफ्ट लैके आउंदे सीगे ते गिफ्ट ये कह के रख लैंदा सीगा कि गिफ्ट लेना जिहड़ा वो सुन्नत है। अच्छा अज जिहड़ी इहदी असलीयत तुहानूं मैं दस्सण चलां, सुनने तो बाद हो सकदा तुसीं भी होश दे नाखन लाओ, क्योंकि मेरे एक अपने दोस्त भी आ ਉਹਦੇ भी वालद साहब लाहौर रहिंदे सीगे ते उत्थे उन्हां नूं जिगर दा मसला सी, उन्हां ने इहदियां वीडियो वेखियां, ਉਹ भी लाहौरों आए ते उन्हां दे नाल भी यही कुछ होया सी। तकरीबन 19-20 ਦਾ ਫਰਕ ਹੁੰਦਾ, ਬਾਕੀ ਕੰਮ ਇੱਕੋ ਹੀ ਚੱਲਦਾ ਸਾਰਿਆਂ ਨਾਲ। ਇੱਕ ਸ਼ਹਿਰੀ ਇਹਦੇ ਕਲੀਨਿਕ ਦੇ ਬਾਹਰ ਖੜਾ रो ਰਿਹਾ, रोन वाला ही हाल होया ਉਹਦਾ। डॉक्टर अफान कैसर को चेक कराने के लिए आया हूँ तहसील महलसी जिला बिहाड़ी से। जैसे ही हम अंदर इंटर हुए हैं डॉक्टर साहब ने अपने चेले रखे हुए। ਇਹ ਨਾ ਕਹੋ ਕਿ ਉਹ ਹੱਸ ਰਿਹਾ ਜਾਂ ਸਿਰਫ ਵੀਡੀਓ ਬਣਾ ਰਿਹਾ। ਜੇ ਇਸ ਬੰਦੇ ਦਾ 30,000 ਰੁਪਇਆ ਇੱਕ ਮਿੰਟ 'ਚ ਉੜ ਗਿਆ ਹੋਵੇ ਨਾ, ਉਹਦੇ ਵਾਸਤੇ ਰੋਣ ਦਾ ਹੀ ਮਕਾਮ ਆ। ਇੱਕ ਮਜ਼ਦੂਰ ਉਹ ਬੰਦਾ ਦੱਸਦਾ ਕਿ ਮੈਂ ਜਦੋਂ ਹਸਪਤਾਲ ਗਿਆ ਪਹਿਲੀ ਵਾਰੀ ਮੇਰਾ ਜਾਣਾ ਹੋਇਆ, ਡਾਕਟਰ ਸਾਹਿਬ ਨੂੰ ਮੈਂ ਸੋਸ਼ਲ ਮੀਡੀਆ ਤੇ ਸੁਣਦਾ ਸੀ, YouTube ਤੇ, TikTok ਤੇ, Facebook ਤੇ ਬੜੀਆਂ ਅੱਛੀਆਂ ਗੱਲਾਂ ਕਰਦੇ ਸੀ। ਮੈਂ ਬੜਾ ਇੰਪ੍ਰੈਸ ਹੋਇਆ। ਮੈਂ ਕਿਹਾ ਯਾਰ ਡਾਕਟਰ ਬੜਾ ਚੰਗਾ ਹੈ, ਦਵਾਈ ਕੋਈ ਚੰਗੀ ਦਊਗਾ ਤੇ ਗਰੀਬ ਦਾ ਖਿਆਲ ਰੱਖੂਗਾ, ਕਿਉਂਕਿ ਗੱਲਾਂ ਹੀ ਐਵੇਂ ਦੀਆਂ ਕਰਦਾ ਕਿ ਗਰੀਬ ਦਾ ਖਿਆਲ ਰੱਖੋ। ਅੱਛਾ ਗਰੀਬ ਦਾ ਖਿਆਲ ਰੱਖੋ। ਇੱਕ ਮਜ਼ੇ ਵਾਲੀ ਗੱਲ, ਪਿੱਛੇ ਜੇ ਇੱਕ ਇੰਟਰਵਿਊ ਆਇਆ ਸੀ, ਉੱਥੇ ਕਹਿੰਦਾ ਸੀਗਾ ਯਾਰ ਅਸੀਂ 8 ਸਾਲ ਹੋ ਗਏ ਆ, ਅਸੀਂ ਇੱਕ ਬੈਡਰੂਮ 'ਚ ਨਹੀਂ ਸੁੱਤੇ ਕਦੀ। ਉਹ ਨਿਆਣੇ ਕੌਣ ਕੱਢੀ ਜਾਣ ਡਿਆ। ਤੇ ਉਹ ਬੰਦਾ ਕਹਿੰਦਾ ਮੈਂ ਹਸਪਤਾਲ 'ਚ ਦਾਖਲ ਹੋਇਆ ਤੇ ਮੈਂ ਪਰਚੀ ਲਈ, ਪਰਚੀ ਲੈਂਦਿਆਂ ਹੀ ਮੈਨੂੰ ਨਾ ਅੱਗੇ ਇੱਕ ਪੇਪਰ ਮਿਲਿਆ ਜੇ ਤੇ ਟਿਕ ਕਰਕੇ ਦੇਤਾ ਕਿ ਇਹ ਟੈਸਟ ਨਾਲ ਵਾਲੀ ਲੈਬਾਰਟਰੀ 'ਚੋਂ ਕਰਾ ਕੇ ਆਓ। ਗਿਆ ਟੈਸਟ ਕਰਵਾਏ ਤੇ ਰੁਪਈਆ 10,000 ਟੈਸਟਾਂ ਤੇ ਲੱਗ ਗਿਆ। ਉਸ ਤੋਂ ਬਾਅਦ ਜਿਹੜੀ ਡਾਕਟਰ ਸਾਹਿਬ ਦੀ ਫੀਸ ਆ ਉਹ ਲੈਦਾ। ਮੈਂ ਬਹਿ ਗਿਆ, ਬੈਠਾ ਇੰਤਜ਼ਾਰ ਕਰ ਰਿਹਾ। ਇੰਤਜ਼ਾਰ ਕਰਦਿਆਂ 1.5 ਘੰਟਾ ਗੁਜ਼ਰਿਆ। ਜਦੋਂ ਨਾਲ ਦੇ ਦੂਸਰੇ ਮਰੀਜ਼ਾਂ ਨੂੰ ਵੀ ਗੱਪਸ਼ਪ ਲੱਗੀ, ਉਹ ਮਰੀਜ਼ ਕਹਿੰਦੇ ਕਿ ਯਾਰ ਅਸੀਂ 3 ਮਹੀਨੇ ਹੋ ਗਏ ਆ ਰਹੇ ਹਾਂ, ਹਰ ਵਾਰੀ ਜਦੋਂ ਆਉਂਦੇ ਆ ਨਵਾਂ ਟੈਸਟ ਲਿਖ ਦਿੰਦੇ ਆ, ਇਹ ਟੈਸਟ ਕਰਾ ਲਓ, ਇਹ ਟੈਸਟ ਕਰਾ ਲਓ, ਤੇ ਮਹਿੰਗੀਆਂ ਦਵਾਈਆਂ। ਔਰ ਉਹ ਜਿਹੜੀਆਂ ਦਵਾਈਆਂ ਲਿਖ ਕੇ ਦਿੰਦਾ ਆ ਉਹ ਦਵਾਈਆਂ ਵੀ ਕਿਸੇ ਹੋਰ ਸ਼ਹਿਰ 'ਚੋਂ ਲੱਭਦੀਆਂ ਨਹੀਂ ਸੌਖੀਆਂ। ਇਹਨਾਂ ਨੇ ਆਪਣੀ ਬ੍ਰਾਂਡਿੰਗ ਕਰਾ ਲਈ ਆ, ਆਪਣੀ ਬ੍ਰਾਂਡਿੰਗ ਕਰਾ ਕੇ ਨਾਲ ਦੇ ਕਲੀਨਿਕ ਤੇ ਰੱਖੀਆਂ ਆ, ਉਹੀ ਦਵਾਈਆਂ ਕਹਿੰਦੇ ਖਾਣੀਆਂ। ਭੋਲੇ ਭਾਲੇ ਸਿੱਧੇ ਸਾਦੇ ਲੋਕ, ਮਜ਼ਦੂਰੀ ਕਰਨ ਵਾਲੇ, ਰੇਹੜੀਆਂ ਚਲਾਉਣ ਵਾਲੇ, ਇੱਟਾਂ ਗਾਰਾ ਲਾਉਣ ਵਾਲੇ ਬੰਦੇ ਜਦੋਂ ਇਹਦੇ ਕੋਲ ਜਾਂਦੇ ਆ ਨਾ ਕਿ ਸ਼ਾਇਦ ਅਸੀਂ ਠੀਕ ਹੋ ਜਾਈਏ, ਬਹੁਤ ਅੱਛਾ ਬੋਲਦਾ ਆ, ਤੇ ਉਹ ਜਦੋਂ ਇਹ ਚੀਜ਼ਾਂ ਵੇਖਦੇ ਆਪਣਾ ਸਾਰਾ ਕੁਝ 2-3 ਗੇੜਿਆਂ 'ਚ ਲੁਟਾ ਕੇ ਤੇ ਮੁੜ ਕੇ ਸਸਤੇ ਡਾਕਟਰ ਕੋਲੋਂ ਵੀ ਇਲਾਜ ਕਰਾਉਣੇ ਤੋਂ ਜਾਂਦੇ ਰਹਿੰਦੇ, ਕਿਉਂਕਿ ਪੈਸੇ ਹੀ ਨਹੀਂ ਬਚਦੇ ਯਾਰ। ਉਹ ਕਹਿੰਦਾ 1.5 ਘੰਟਾ ਮੈਂ ਬੈਠ ਕੇ ਤੇ ਜਦੋਂ ਮੈਂ ਵਾਰੀ ਆਈ ਔਖੀ ਸੌਖੀ ਡਾਕਟਰ ਸਾਹਿਬ ਨੂੰ ਮਿਲਿਆ ਤੇ ਡਾਕਟਰ ਖੜਾ ਕਹਿੰਦਾ ਆਪਣਾ ਮਸਲਾ ਦੱਸ ਕੀ ਆ। ਮੈਂ ਅੰਦਰ ਇੱਕ ਬੰਦਾ ਬੇਹੋਸ਼ ਕੀਤਾ। ਉਹ ਯਾਰ ਡਾਕਟਰਾ ਮੈਂ ਪਹਿਲੀ ਵਾਰੀ ਵੇਖ ਰਿਹਾ ਕਿ ਤੂੰ ਬੰਦਾ ਜਿਹੜਾ ਬੇਹੋਸ਼ ਕੀਤਾ ਆ ਉਹ ਤੂੰ ਉਸ ਟਾਈਮ ਤੇ ਕੀਤਾ ਜਿਸ ਟਾਈਮ ਮਰੀਜ਼ਾਂ ਦਾ ਚੈੱਕਅਪ ਕਰਨਾ। ਹਜ਼ਾਰਾਂ ਹਸਪਤਾਲ ਆ ਜਿਹੜਾ ਚੈੱਕਅਪ ਦਾ ਟਾਈਮ ਆ ਉਹਦੇ ਵਿੱਚ ਮਰੀਜ਼ ਨਹੀਂ ਬੇਹੋਸ਼ ਕੀਤੇ ਜਾਂਦੇ। ਜਦੋਂ ਮਰੀਜ਼ ਵੇਖੇ ਜਾਂਦੇ ਆ ਉਦੋਂ ਬੇਹੋਸ਼ ਕਰਨ ਵਾਲੇ ਮਰੀਜ਼ਾਂ ਨੂੰ ਨਹੀਂ ਰੱਖਿਆ ਜਾਂਦਾ, ਉਹਨਾਂ ਨੂੰ ਦੂਸਰੇ ਟਾਈਮ ਦੇ ਵਿੱਚ ਆਪਰੇਟ ਕੀਤੇ ਜਾਂਦੇ ਆ। ਉਹ ਕਹਿੰਦਾ ਜੀ ਜਦੋਂ ਮੈਂ ਕਿਹਾ ਯਾਰ ਮੈਂ ਮਰੀਜ਼ ਆ, ਮੈਂ ਤੇਰੇ ਕੋਲ ਆਇਆ ਵੀ ਬਿਮਾਰੀ ਪੁੱਛ, ਕੋਈ ਸ਼ੈ ਪੁੱਛ, ਤੂੰ ਖੜਾ ਕਹਿ ਰਿਹਾ ਕੀ ਮਸਲਾ ਆ 10,000 ਦੇ ਟੈਸਟ ਕਰਵਾਤੇ ਆ ਤੂੰ। ਤੇ ਮੈਨੂੰ ਕਹਿੰਦਾ ਜੀ ਤੈਨੂੰ ਗਾਰਡ ਸਾਦੇ ਆ, ਗਾਰਡਾਂ ਨੂੰ ਸੱਦ ਕੇ ਧੱਕੇ ਦੇ ਕੇ ਬਾਹਰੋਂ ਕਢਵਾਤਾ। ਅੱਛਾ ਹੁਣ ਜਦੋਂ ਵੀਡੀਓ ਵਾਇਰਲ ਹੋਈ ਹੈ ਤੇ ਥੱਲੇ ਬਹੁਤ ਸਾਰੇ ਲੋਕਾਂ ਦੇ ਕਮੈਂਟ ਆ ਰਹੇ ਆ, ਉਹ ਕਹਿੰਦੇ ਕਿ ਹਾਂਜੀ ਡਾਕਟਰ ਸਾਹਿਬ ਐਵੇਂ ਹੀ ਕਰਦੇ ਆ, ਇਹਨਾਂ ਦਾ ਇਹ ਇੱਕ ਪੇਸ਼ਾ ਬਣਿਆ ਆ, ਇਹ ਸਿਰਫ ਨਾਂ ਦਾ ਹੀ ਚੰਗਾ ਆ, ਬਾਕੀ ਇਹਨੇ ਕੋਈ ਹੱਦ ਨਹੀਂ ਛੱਡੀ ਸ਼ਹਿਰੀਆਂ ਨੂੰ ਕੱਟਣ ਵਾਲੀ, ਲੋਕਾਂ ਨੂੰ ਲੁੱਟ ਰਿਹਾ ਵਾ। ਤੇ ਲੋਕ ਲੁਟਾਉਣ ਵਾਸਤੇ ਦੂਰੋਂ ਆਉਂਦੇ ਇਹਦੇ ਕੋਲ। ਭੋਲੇ ਭਾਲੇ ਲੋਕ ਨਹੀਂ ਸਮਝਦੇ, ਉਹਨਾਂ ਦੇ ਆਪਣੇ ਸ਼ਹਿਰਾਂ 'ਚ ਇਸ ਤੋਂ ਕਈ ਦਰਜੇ ਅੱਛੇ ਡਾਕਟਰ ਬੈਠੇ ਆ, ਲੇਕਿਨ ਉਹ ਵੇਖਦੇ ਆ ਕਿ ਸੋਸ਼ਲ ਮੀਡੀਆ ਤੇ ਬੜੀਆਂ ਚੰਗੀਆਂ ਗੱਲਾਂ ਕਰਦਾ ਆ ਤੇ ਤੇਲ ਸਿਰ ਨੂੰ 2 ਕਿਲੋ ਚੋਪੜ ਕੇ ਆ ਜਾਂਦਾ। ਮੈਨੂੰ ਤਾਂ ਲੱਗਦਾ ਹੀ ਕੋਈ ਤੇਲੀ ਆ। ਬਾਕੀ ਮਾਜ਼ਰਤ ਜੇ ਕਿਸੇ ਨੂੰ ਗੱਲ ਬੁਰੀ ਲੱਗੇ
ਲੇਕਿਨ ਇਹੋ ਜਿਹਾ ਚਵਲ ਇਨਸਾਨ ਮੈਂ ਨਹੀਂ ਵੇਖਣਾ ਕਿ ਮਰੀਜ਼ ਆ ਗਿਆ ਵਾ ਤੈਨੂੰ ਉਹਨੂੰ ਪਹਿਲੇ ਚੱਕਰ ਦੇ ਵਿੱਚ ਹੀ 10,000 ਦੇ ਟੈਸਟ ਲਿਖ ਦਿੱਤੇ ਯਾਰ। ਉਹਨੂੰ ਤੂੰ ਬਿਠਾ, ਉਹਨੂੰ ਪੁੱਛ ਮਸਲਾ ਕੀ ਆ, ਫਿਰ ਉਹ ਤੈਨੂੰ ਦੱਸੇ, ਫਿਰ ਉਹਦੇ ਹਿਸਾਬ ਨਾਲ ਟੈਸਟ ਲਿਖ। ਲੇਕਿਨ ਤੂੰ ਆਪਣੇ ਸਿਰਫ ਕਮਿਸ਼ਨ ਸਿੱਧਾ ਕੀਤਾ ਆ ਕਿ ਦਿਹਾੜੀ ਦਾ 5 ਲੱਖ ਕਮਾ ਕੇ ਉੱਠਣਾ। ਖੁਦਾਰਾ ਇਹੋ ਜਿਹੇ ਜਿਹੜੇ ਟਿਕਟੋਕੀਏ ਤੇ ਸੋਸ਼ਲ ਮੀਡੀਆ ਦੇ ਡਾਕਟਰ ਆ ਨਾ, ਇਹਨਾਂ ਕੋਲੋਂ ਬਚੋ। ਇਸ ਡਾਕਟਰ ਕੋਲ ਇੰਨਾ ਟਾਈਮ ਕਿੱਥੋਂ ਆ ਜਾਂਦਾ ਕਿ ਪੋਡਕਾਸਟਿੰਗ ਤੇ ਵੀਡੀਓ ਕਰ ਲਵੇ। ਬਸ ਰੌਲਾ ਉਹੀ ਹੈ ਕਿ ਚੇਲੇ ਛੱਡੇ ਹਸਪਤਾਲ 'ਚ, ਉਹ ਮਰੀਜ਼ਾਂ ਨੂੰ ਆਉਂਦਿਆਂ ਨੂੰ ਟੈਸਟ ਲਿਖ ਦਿੰਦੇ ਆ। ਟੈਸਟ ਵੇਖ ਕੇ ਕਹਿੰਦੇ ਤੁਸੀਂ ਇਹ ਦਵਾਈ ਖਾਓ ਤੇ 15 ਦਿਨਾਂ ਬਾਅਦ ਫਿਰ ਆ ਜਾਓ। ਫਿਰ ਆਉਂਦੇ ਆ ਤੇ ਫਿਰ ਕੁਝ ਟੈਸਟ ਪੁਰਾਣੇ ਤੇ ਕੁਝ ਨਵੇਂ ਫਿਰ ਕਰਾ ਕੇ ਤੇ ਫਿਰ ਉਹਨਾਂ ਨੂੰ ਕਹਿੰਦੇ ਠੀਕ ਹੈ ਜੀ ਆਹ ਦਵਾਈ ਖਾਓ। ਚੱਕਰ ਤੇ ਚੱਕਰ ਲਵਾਈ ਜਾਣੇ ਆ, ਲੇਕਿਨ ਮਰਜ਼ ਨਹੀਂ ਦੱਸਣਾ ਕਿ ਕੀ ਰੌਲਾ ਤੈਨੂੰ। ਤੇ ਮੇਰੀ ਸਾਰੇ ਸੁਣਨ ਵਾਲਿਆਂ ਨੂੰ ਇਹੀ ਰਿਕੁਐਸਟ ਹੈ ਕਿ ਤੁਸੀਂ ਬਚ ਜਾਓ ਇਹੋ ਜਿਹੇ ਡਾਕਟਰਾਂ ਕੋਲੋਂ ਨਾ ਜਾਓ। ਕਹਿੰਦੇ ਆ ਕਿ ਨੀਮ ਮੁੱਲਾ ਖਤਰਾ ਈਮਾਨ, ਨੀਮ ਹਕੀਮ ਖਤਰਾ ਜਾਨ। ਕਿ ਅੱਧਾ ਡਾਕਟਰ ਜਿਹੜਾ ਹੁੰਦਾ ਨਾ ਉਹ ਖਤਰਾ ਜਾਨ ਹੀ ਹੁੰਦਾ। ਜਿਹੜੇ YouTube ਦੇ ਡਾਕਟਰ ਆ ਨਾ, ਇਹਨਾਂ ਤੋਂ ਬਚਿਆ ਕਰੋ। ਬਾਕੀ ਤੁਸੀਂ ਆਪ ਸਮਝਦਾਰ ਹੋ। ਮੈਨੂੰ ਇਜਾਜ਼ਤ ਦਿਓ ਤੇ ਇਸ ਸਮੋਸੇ ਡਾਕਟਰ ਨੂੰ ਜ਼ਰਾ ਧੋ ਕੇ ਰੱਖੋ। ਅੱਲਾ ਹਾਫਿਜ਼।